सत श्री अकाल। पंजाब स्टार टीवी वेख रहे सारे दर्शकों का स्वागत है। मैं हाँ कमलरीत कौर लेके हाजिर हाँ प्रोग्राम पंजाब डिस्कशन। पंजाब डिस्कशन ਦੇ ਵਿੱਚ ਅੱਜ ਗੱਲਬਾਤ ਕਰਾਂਗੇ ਉਸੇ ਭਖਤੇ ਹੋਏ ਮਸਲੇ ਬਾਰੇ ਜੋ ਲਗਾਤਾਰ 2-3 ਮਹੀਨਿਆਂ ਤੋਂ ਭਖਿਆ ਹੋਇਆ ਹੈ। ਮਸਲਾ ਹੈ ਕਿਸਾਨੀ ਅੰਦੋਲਨ ਦਾ। किसानी अंदोलन सूबे के अंदर काफ़ी लंबे समय तो भखिया होया है। 3 खेती बिल ने जिहड़े कानून बन चुके हैं, उन्हों का विरोध उन्होंने रद्द करवाउण दी जिहड़ी मंग है किसानों के वल्लों लगातार की जा रही है। केंद्र के वल्लों कई बार तो ना पक्षी ਹੁੰਗਾਰਾ भी आ चुका है तो कई बार केंद्र मीटिंगां भी बुला चुकी है। किसानों को भरमाउण दे लई हर हथकंडा भी अपना चुकी है। 2 बार मीटिंग्स असफल रहन तो बाद तीजी बार आखिरकार केंद्रीय खेतीबाड़ी मंत्री जिहड़े ने मीटिंग दे विच शमूलीयत करदे ने ते किसानों को समझाउण दी जिहड़ी कोशिश करदे ने। हालांकि चंगा माहौल पैदा किया गया उस मीटिंग दे विच ते एक बार फिर तो हालांकि किसी कार्य मसले नहीं लग सकी है मीटिंग, कोई सिट्टा नहीं निकलिया, कोई नतीजा नहीं निकलिया, पर एक बार फिर तो एक चर्चावां तेज़ हो गई ने कि 21 नवंबर ਨੂੰ ਹੁਣ फिर तो ਜਿਹੜਾ किसान ਜਿਹੜੀਆਂ यूनियंस ने ਉਹਨਾਂ ਦੇ ਨਾਲ ਤੇ ਖੇਤੀਬਾੜੀ ਜਿਹੜੀ ਮੰਤਰੀ ਨੇ ਉਹਨਾਂ ਦੀ ਮੀਟਿੰਗ ਹੋਏਗੀ, ਦਿੱਲੀ ਦੇ ਵਿੱਚ ਮੀਟਿੰਗ ਹੋਏਗੀ। ਇਹ ਚਰਚਾਵਾਂ ਹੁਣ ਤੇਜ਼ ਹੋ ਚੁੱਕੀਆਂ ਨੇ ਤੇ ਨਾਲ ਹੀ ਖੇਤੀ ਅੰਦੋਲਨ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਉਂਦਾ ਹੈ। आखिर 2-3 महीने तो जिहड़ा अंदोलन चल रहा उसनूं समर्थन देण लई हुण जथेदार अकाल तख्त गियानी हरप्रीत सिंह ने भी सिख संगत नूं अपील की है कि सिख भाईचारा समूह जिहड़ी सिख संगत है किसानी अंदोलन दे विच पहुंची अते किसानां दा साथ देवे। इन्हां दोनों मसलियां ते विस्तार दे नाल गलबात करांगे। साडे नाल मौजूद ने सीनियर पत्रकार इंद्रप्रीत सिंह। सर बहुत बहुत स्वागत है तुहाडा। थैंक यू सर आपां शुरुआत कर लईए कि किसानी अंदोलन इस वेले बहुत भखिया होया है जी ते किसानी का जिहड़ा मुद्दा है ਜਿਹੜੀਆਂ ਮੀਟਿੰਗਸ ਨੇ ਕੇਂਦਰ ਵੱਲੋਂ ਉਹ ਵੀ ਬੁਲਾਈਆਂ ਗਈਆਂ ਨੇ। ਕਈ ਫਰਮਾਨ ਵੀ ਜਿਹੜੇ ਨੇ ਉਹ ਸੁਣਾਏ ਗਏ ਨੇ, ਨਾਦਰਸ਼ਾਹੀ ਫਰਮਾਨ ਕੇਂਦਰ ਦੇ ਵੱਲੋਂ ਤੇ ਕੁਝ ਕਿਸਾਨਾਂ ਨੂੰ ਭਰਮਾਉਣ ਦੇ ਲਈ ਮੀਟਿੰਗਸ ਵੀ ਬੁਲਾਈਆਂ ਗਈਆਂ ਨੇ ਤੇ ਜਿਹੜੀ ਲੰਘੇ ਦਿਨੀ ਮੀਟਿੰਗ ਹੋਈ ਹੈ ਹਾਲਾਂਕਿ ਉਹ ਬੇਸਿੱਟਾ ਰਹੀ ਹੈ ਪਰ ਚੰਗਾ ਮਾਹੌਲ ਦੇਣ ਦੀ ਜਿਹੜੀ ਕਿਸਾਨਾਂ ਨੂੰ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਕੇਂਦਰ ਵੱਲੋਂ। ਤੇ ਹੁਣ ਇੱਕ ਵਾਰ ਫਿਰ ਤੋਂ ਚਰਚਾਵਾਂ ਜਿਹੜੀਆਂ ਨੇ ਤੇਜ਼ ਹੋ ਗਈਆਂ ਨੇ ਵੀ 21 ਨਵੰਬਰ ਨੂੰ ਜਿਹੜੀ ਕਿਸਾਨਾਂ ਦੇ ਤੇ ਕੇਂਦਰ ਦੀ ਮੀਟਿੰਗ ਹੋਣ ਜਾ ਰਹੀ ਹੈ। ਕੀ ਲੱਗਦਾ ਸਰ ਤੁਹਾਨੂੰ, ਕੀ ਨਤੀਜੇ ਨਿਕਲ ਸਕਦੇ? देखो बहुत टाइम हो गया डेडलॉक बने नूं, मतलब आलमोस्ट 24 सितंबर तो तुसीं लगाओ कि लगातार चल रहा है ना। ट्रेन सारियां बंद है, मॉल्स बंद है। नैचुरली बिजनेस ते तां फर्क पैंदी है ਜਦੋਂ कि ये फैसटिवल सीजन है, मतलब ਸਭ ਨੂੰ ਲੱਗਦਾ कि यही दिन ने जिस च कमाई हो सकती है। बंद पे है पेट्रोल पंप्स, बंद पे है, मतलब बहुत ਥਾਵਾਂ ਤੇ ਜਿਹੜੇ ਪ੍ਰਾਈਵੇਟ ਪੈਟਰੋਲ ਪੰਪ ਹੈ ਉਹ ਬੰਦ ਪਏ ਹੈ। ਸੋ ਇਹ ਜਿਹੜਾ ਹੁਣ ਇੰਨਾ ਮਤਲਬ ਡੈਡਲੌਕ ਹੈ ਉਹ ਕਿਸੇ ਤਰ੍ਹਾਂ ਖਤਮ ਤਾਂ ਕਰਨਾ ਹੀ ਹੈ। ਉਹ ਕਿਸ ਤਰ੍ਹਾਂ ਹੋਏ ਇਹਦੇ ਨਾਲ ਇਹਨੂੰ ਲੈ ਕੇ ਬਹੁਤ ਪਾਸਿਓਂ मतलब सब ਪਾਸਿਓਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਕਿਸੇ ਤਰ੍ਹਾਂ ਇਹ ਖਤਮ ਹੋਏ। ਹੁਣ ਪ੍ਰੋਬਲਮ ਕੀ ਹੈ, ਉਹ ਕਹਿੰਦੇ ਨੇ ਕਿ ਦੋਨੋਂ ਧਿਰਾਂ ਜਿਹੜੀਆਂ ਨੇ ਆਪਣੀ ਆਪਣੀ ਉਹਨੂੰ ਲੈ ਕੇ ਅੜੀਆਂ ਹੋਈਆਂ ਨੇ। ਜਿਹੜਾ ਅੜੀਅਰ ਰਵੱਈਆ ਹੈ ਇਹ ਨਹੀਂ ਖਤਮ ਹੋਣ ਦੇ ਰਿਹਾ। ਸੈਂਟਰ ਦਾ ਕਹਿਣਾ ਕਿ ਉਹਨੇ ਜਿਹੜੇ ਬਿੱਲ ਬਣਾਏ ਹੈ, ਕਾਨੂੰਨ ਬਣਾਏ ਹੈ, ਉਹ ਕਿਸਾਨਾਂ ਲਈ ਫਾਇਦੇਮੰਦ ਹੈ ਔਰ ਫਾਰਮਰ ਨੂੰ ਇਹ ਲੱਗਦਾ ਕਿ ਨਹੀਂ ਇਹ ਫਾਇਦੇਮੰਦ ਨਹੀਂ ਹੈ ਬਲਕਿ ਸਾਡਾ ਜਿਹੜਾ ਮੌਜੂਦਾ ਬਾਜ਼ਾਰੀ ਢਾਂਚਾ ਹੈਗਾ, ਮੰਡੀਕਰਨ ਦਾ ਜੋ ਢਾਂਚਾ ਹੈਗਾ ਇਹਨੂੰ ਵੀ ਤਬਾਹ ਕਰ ਦੇਗਾ। ਸੋ ਇਹ ਚੀਜ਼ਾਂ ਸਾਰੀਆਂ ਨੂੰ ਲੈ ਕੇ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹ ਇੱਕ ਇਹੋ ਜਿਹੇ ਮੋੜ ਤੇ ਆ ਗਿਆ ਜਿੱਥੋਂ ਹੁਣ ਕੋਈ ਨਾ ਕੋਈ ਉਹਦਾ ਹੱਲ ਨਿਕਲਣਾ ਚਾਹੀਦਾ ਹੈ। ਮਤਲਬ ਇਸ ਪੀਕ ਤੇ ਪਹੁੰਚ ਚੁੱਕਿਆ। ਜਿਹੜੀ ਤੁਸੀਂ ਪਹਿਲਾਂ ਵਾਲੀ ਮੀਟਿੰਗ ਦੀ ਗੱਲ ਕੀਤੀ, ਸੈਕਟਰੀ ਲੈਵਲ ਤੇ ਜਿਹੜੀ ਮੀਟਿੰਗ ਹੋਣੀ ਸੀ ਉਸ 'ਚ ਤਾਂ ਫਾਰਮਰਸ ਇਹ ਨਹੀਂ ਕਿ ਉਹ ਬਿਲਕੁਲ ਹੀ ਬੇਸਿੱਟਾ ਰਹੀ, ਉਹਦੇ ਵਿੱਚ ਵੀ ਜਿਹੜੇ ਬਿੱਲ ਨੇ ਉਹਨੂੰ ਲੈ ਕੇ ਫਾਰਮਰਸ ਨੇ ਇੱਕ ਆਪਣਾ ਉਹ ਬਣਾਇਆ ਸੀਗਾ ਕਿ ਸਾਨੂੰ ਫਲਾਣੇ ਬਿੱਲ ਦੀ ਇਸ ਮਦ ਤੇ ਆ ਦਿੱਕਤ ਹੈ, ਫਲਾਣੇ ਬਿੱਲ ਦੀ ਇਸ ਮਦ ਤੇ ਆ ਦਿੱਕਤ ਹੈ। ਇਹ ਸਾਰੀਆਂ ਉਹਨਾਂ ਨੇ 7-8 ਪੁਆਇੰਟਸ ਜਿਹੜੇ ਸੀਗੇ ਉਹ ਉਹਨਾਂ ਨੂੰ ਦੱਸੇ ਸੀਗੇ ਕਿ ਬਈ ਇਹ ਸਾਨੂੰ ਦਿੱਕਤਾਂ ਨੇ ਔਰ ਇਹਨੂੰ ਤੁਸੀਂ ਸੌਟ ਆਊਟ ਕਰੋ। ਉਹਨਾਂ ਨੇ ਕਿਹਾ ਵੀ ਜਾਂ ਤਾਂ ਤੁਸੀਂ ਬਿੱਲ ਲਿਆ ਕੇ ਕਰੋ ਤੇ ਜਾਂ ਫਿਰ ਤੁਸੀਂ ਮਤਲਬ ਇਹ ਬਿੱਲ ਰੱਦ ਕਰੋ। ਦੋ ਹੀ ਤਰੀਕੇ ਤਾਂ ਹੋ ਸਕਦੇ ਆ ਵੀ ਜਿਹੜੇ ਤਰੀਕੇ ਮਤਲਬ ਜਿਨ੍ਹਾਂ ਚੀਜ਼ਾਂ ਤੇ ਉਹਨਾਂ ਨੂੰ ਸ਼ੱਕ ਹੈ ਉਹ ਤਰੀਕੇ ਦਾ ਜਾਂ ਤਾਂ ਇਹ ਕਿ ਤੁਸੀਂ ਬਿੱਲ ਲਿਆਓ ਔਰ ਉਹਨੂੰ ਕਹੋ ਵੀ ਜਿਹੜੀ ਆਹ ਚੀਜ਼ਾਂ ਨੇ ਇਹ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸਮਝਿਆ ਜਾ ਤਾਂ ਉਹਨਾਂ ਦੇ ਸ਼ੱਕ ਦੂਰ ਹੋ ਗਏ। ਦੂਜਾ ਇਹ ਹੁੰਦਾ ਕਿ ਵੀ ਨਹੀਂ ਅਸੀਂ ਫਿਰ ਬਿੱਲ ਹੀ ਵਾਪਸ ਲੈ ਲੈਣੇ ਹੈ ਨਾ, ਤਾਂ ਫਿਰ ਉਹ ਰਿਪੀਲ ਹੋ ਜਾਣਗੇ, ਕਾਨੂੰਨ ਗਵਰਨਮੈਂਟ ਲਿਆਏਗੀ ਔਰ ਰਿਪੀਲ ਹੋ ਜਾਣਗੇ ਤੇ ਖਤਮ। ਤੇ ਇਸ ਤਰ੍ਹਾਂ ਡੈਡਲੌਕ ਖਤਮ ਹੋ ਸਕਦਾ ਹੈ। ਤੀਸਰਾ ਇੱਕ ਇਹ ਹੈ ਕਿ ਫਾਰਮਰਸ ਨੂੰ ਇਹਨਾਂ ਬਿੱਲਾਂ ਤੇ ਹੀ ਤੁਸੀਂ ਮਨਾ ਲਓ ਕਿ ਹਾਂ
ਇਹ ਤੁਹਾਡੇ ਫਾਇਦੇਮੰਦ ਹੈ। ਇਹ ਤਿੰਨਾਂ ਚੋਂ ਚੂਜ਼ ਇੱਕ ਹੋਏਗਾ। ਹੁਣ ਉਹ ਕੀ ਹੋਣਾ ਹੈ ਉਸ ਦੇ ਉੱਤੇ ਡਿਸਕਸ਼ਨਸ ਚੱਲ ਰਹੀਆਂ। ਪਹਿਲੀ ਹੋ ਚੁੱਕੀ, ਫਿਰ ਦੂਸਰੀ ਉਹਨਾਂ ਨੇ ਕਿਹਾ ਵੀ ਕਿਉਂਕਿ ਜਿਹੜਾ ਇਹ ਫੈਸਲਾ ਹੈ ਇਹ ਅਧਿਕਾਰੀ ਲੈਵਲ ਤੇ ਨਹੀਂ ਹੋ ਸਕਦਾ, ਹੋਣਾ ਤਾਂ ਮੰਤਰੀ ਲੈਵਲ ਤੇ ਹੈ। ਮੰਤਰੀਆਂ ਨੂੰ ਹੋਣਾ ਬਹੁਤ ਜ਼ਰੂਰੀ ਹੈ। ਤਾਂ ਉਹਨਾਂ ਨੇ ਦੂਸਰੀ ਮੀਟਿੰਗ ਦੇ ਲਈ ਸਾਫ਼ ਕਹਿਤਾ ਸੀ ਕਿ ਵੀ ਮੰਤਰੀ ਜਿਹੜੇ ਨੇ ਉਹ ਸ਼ਾਮਲ ਹੋਣ। ਹੁਣ ਦੋ ਮੰਤਰੀ ਨੇ, ਇੱਕ ਤਾਂ ਫੂਡ ਐਂਡ ਸਪਲਾਈ ਮੰਤਰੀ, ਐਕਚੁਅਲੀ ਉਹ ਫੂਡ ਐਂਡ ਸਪਲਾਈ ਮੰਤਰੀ ਦੇ ਤੌਰ ਤੇ ਬੈਠ ਰਿਹਾ ਹੈ। ਰੇਲ ਮੰਤਰੀ ਤਾਂ ਉਹ ਹੈ ਹੀ ਨੇ, ਲੇਕਿਨ ਕਿਉਂਕਿ ਉਹ ਰਾਮ ਵਿਲਾਸ ਪਾਸਵਾਨ ਸੀਗੇ, ਉਹਨਾਂ ਦੀ ਡੈਥ ਹੋਣ ਤੋਂ ਬਾਅਦ ਉਹ ਮਹਿਕਮਾ ਜਿਹੜਾ ਇਹਨਾਂ ਨੂੰ ਦਿੱਤਾ ਤੇ ਇਸ ਕਰਕੇ ਉਹ ਬੈਠਦੇ ਆ। ਤੇ ਫੂਡ ਐਂਡ ਸਪਲਾਈ ਦੇ ਨਾਲ ਨਾਲ ਉਹ ਰੇਲਵੇ ਮੰਤਰੀ ਵੀ ਨੇ, ਇਸ ਕਰਕੇ ਉਹ ਕਿਉਂਕਿ ਰੇਲਾਂ ਹੀ ਰੁਕੀਆਂ ਹੋਈਆਂ ਨੇ ਤੇ ਉਹ ਦੋ ਇੱਕੋ ਮੰਤਰੀ ਸਮਝ ਲਓ ਦੋ ਡਿਪਾਰਟਮੈਂਟਸ ਨੂੰ ਹੱਲ ਇੱਕ ਕਰ ਮੰਤਰੀ ਲੈਂਦਾ। ਰਿਪਰੈਜ਼ੈਂਟ ਕਰਦੇ ਨੇ। ਤੀਸਰਾ ਹੈ ਕਿ ਐਗਰੀਕਲਚਰ ਮਿਨਿਸਟਰ ਹੈਗੇ ਨੇ ਤੋਮਰ ਸਾਹਿਬ, ਉਹ ਬੈਠੇ ਨੇ ਤੇ ਉਹ ਲਗਾਤਾਰ ਹੁਣ ਇਹਨਾਂ ਤੇ ਚੱਲ ਰਹੀ ਹੈ ਚਰਚਾ ਕੀ ਕੀਤਾ ਜਾਏ। ਉਹ ਬਾਰ-ਬਾਰ ਮਤਲਬ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਵੀ ਉਹ ਸਮਝਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਅਸੀਂ ਸਮਝਾ ਲਈਏ ਕਿ ਨਹੀਂ, ਇਹ ਬਿੱਲ ਤੁਹਾਡੇ ਫਾਇਦੇਮੰਦ ਨੇ। ਅਸੀਂ ਮੰਡੀਆਂ ਖੋਲ੍ਹਤੀਆਂ, ਅਸੀਂ ਹੁਣ ਤੁਸੀਂ ਕਿਤੇ ਵੀ ਜਾ ਸਕਦੇ ਹੋ। ਤੁਹਾਡੇ ਜਿਹੜਾ ਮਤਲਬ ਜਿਹੜੇ ਵੀ ਪ੍ਰਾਈਵੇਟ ਸੈਕਟਰ ਹੈਗਾ ਉਹ ਅਗਰ ਖਰੀਦਦਾ ਹੈ ਉਹ ਤੁਹਾਡੇ ਖੇਤ ਚੋਂ ਹੀ ਖਰੀਦ ਲੇਗਾ, ਤੁਹਾਨੂੰ ਉੱਥੋਂ ਤੱਕ ਆਉਣ ਦੀ ਲੋੜ ਨਹੀਂ ਮੰਡੀਆਂ ਤੱਕ, ਹੈ ਨਾ। ਇਸ ਤਰ੍ਹਾਂ ਦੇ ਕਈ ਚੀਜ਼ਾਂ ਨੇ ਉਹਨਾਂ ਦੇ ਵਿੱਚ। ਸੋ ਨੋ ਡਾਊਟ ਕਿ ਜਦੋਂ ਤੁਸੀਂ ਪਹਿਲੀ ਨਜ਼ਰੇ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਹਾਂ ਯਾਰ ਠੀਕ ਹੈ, ਪਰ ਜਦੋਂ ਤੁਸੀਂ ਉਹਦਾ ਲੌਂਗ ਟਾਈਮ ਇੰਪੈਕਟ ਦੇਖਦੇ ਹੋ ਤਾਂ ਲੱਗਦਾ ਕਿ ਨਹੀਂ। ਕਿਉਂਕਿ ਤੁਸੀਂ ਦੇਖੋ 2006 ਦੇ ਵਿੱਚ ਜਦੋਂ ਬਿਹਾਰ ਦੇ ਵਿੱਚ APMC ਐਕਟ ਖਤਮ ਕੀਤਾ ਸੀਗਾ ਤਾਂ ਇਹੀ ਗੱਲ ਕਹੀ ਗਈ ਸੀ ਉੱਤੇ, ਜੋ ਅੱਜ ਸੈਂਟਰ ਗਵਰਨਮੈਂਟ ਹੁਣ ਸਾਰੇ ਦੇਸ਼ ਨੂੰ ਕਹਿ ਰਿਹਾ। ਉਦੋਂ ਸਟੇਟ ਗਵਰਨਮੈਂਟ ਨੇ ਬਿਹਾਰ ਦੇ ਵਿੱਚ ਕਹੀ ਸੀ ਕਿ ਜੀ ਤੁਸੀਂ ਹੁਣ ਆਜ਼ਾਦ ਹੋ, ਜਿੱਥੇ ਮਰਜ਼ੀ ਜਾ ਕੇ ਵੇਚੋ, ਇੱਥੇ ਕੋਈ ਮਰਜ਼ੀ ਆਏ ਖਰੀਦਣ ਲਈ। ਤਾਂ ਮਤਲਬ APMC ਦੇ ਉੱਤੇ ਸਰਕਾਰ ਦੀ ਕੋਈ ਮੋਨੋਪੋਲੀ ਨਹੀਂ ਹੈ, ਪ੍ਰਾਈਵੇਟ ਸੈਕਟਰ ਆ ਸਕਦਾ ਹੈ। ਹੁਣ ਉਹ ਵਧੀਆ ਆਪਣਾ ਸਿਸਟਮ ਲੈ ਕੇ ਆਏਗਾ, ਕੋਲਡ ਸਟੋਰੇਜ ਬਣਾਏਗਾ, ਮਤਲਬ ਬਹੁਤ ਸਾਰੇ ਮਤਲਬ ਉਹਨਾਂ ਨੂੰ ਜਿਹੜੇ ਹੁੰਦੇ ਨਾ ਕਿ ਉਹ ਸਵੱਛ ਭਾਰਤ ਦਿਖਾਉਂਦੇ ਆ। ਸੋ ਸੇਮ ਹੀ ਪੈਟਰਨ ਹੁਣ ਇੱਥੇ ਅਪਣਾਇਆ ਜਾ ਰਿਹਾ, ਪਰ ਫਾਰਮਰ ਨੂੰ ਇਹ ਕਲੀਅਰ ਲੱਗ ਰਿਹਾ ਕਿ ਜਦੋਂ ਗੌਰਮੈਂਟ ਜਿਹੜੀ ਹੈ ਉਹ ਖਰੀਦ ਤੋਂ ਬਾਹਰ ਹੁੰਦੀ ਹੈ ਉਦੋਂ ਹੀ ਜਿਹੜੇ ਰੇਟ ਨੇ ਉਹ ਕ੍ਰੈਸ਼ ਹੋ ਜਾਂਦੇ। ਮੇਰੀ ਖੁਦ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਸੀ ਤੇ ਕਿਸਾਨ ਇਹ ਚੀਜ਼ ਕਹਿੰਦੇ ਸੀ ਕਿ ਕੇਂਦਰ ਲਗਾਤਾਰ ਕਹਿ ਰਹੀ ਹੈ ਵੀ MSP ਖਤਮ ਨਹੀਂ ਹੋਏਗੀ, ਪਰ 4 ਸਾਲ ਬਾਅਦ ਖੁਦ MSP ਖਤਮ ਹੋਏਗੀ ਤੇ ਸਾਨੂੰ ਸੜਕਾਂ ਤੇ ਜਿਹੜਾ ਉਹ ਰੋਲਿਆ ਜਾਏਗਾ। ਗੱਲ ਤਾਂ ਇਹ ਹੈ ਕਿ MSP ਜਿਹੜੀ ਹੈ ਯਕੀਨੀ ਬਣਾਈ ਜਾਵੇ, ਬਿੱਲ ਦੇ ਵਿੱਚ ਸ਼ਾਮਿਲ ਕੀਤੀ ਜਾਵੇ। ਜੋ ਚੀਜ਼ਾਂ ਬਾਕੀ ਬਿੱਲ ਦੇ ਵਿੱਚ ਲਿਖੀਆਂ ਨੇ ਉਹਦੇ ਵਿੱਚ ਇਹ ਵੀ ਲਿਖ ਦਿੱਤਾ ਜਾਵੇ ਕਿ MSP ਜਿਹੜੀ ਹੈ ਯਕੀਨੀ ਰਹੇਗੀ। ਨਹੀਂ ਦੇਖੋ ਉਹਦੇ ਨਾਲ ਐਕਚੁਅਲੀ ਦੋ ਬਿੱਲ ਪੂਰਾ ਨਹੀਂ ਹੈ ਇਹਨੂੰ ਬਿੱਲ ਨੂੰ ਇਸ ਤਰ੍ਹਾਂ ਸਮਝੋ। ਦੇਖੋ ਜਿਹੜਾ MSP ਹੈ ਉਹ ਪਹਿਲਾਂ ਵੀ ਕਿਸੇ ਕਾਨੂੰਨ 'ਚ ਮਤਲਬ ਮੈਂਡੇਟਰੀ ਨਹੀਂ ਹੈ, ਸਿਰਫ ਕਿਉਂਕਿ ਗਵਰਨਮੈਂਟ ਨੇ ਆਪਣਾ PDS ਸਿਸਟਮ ਚਲਾਉਣਾ ਹੈ। ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ 2 ਰੁਪਏ ਕਿਲੋ ਚਾਵਲ ਜਾਂ 3 ਰੁਪਏ ਕਿਲੋ ਕਣਕ ਜਿਹੜੀ ਇਹ ਦਿੰਦੇ ਹੈ ਉਹ ਯਕੀਨੀ ਬਣਾਉਣੀ ਹੈ ਕਿ ਉਹ ਆਪਾਂ ਦੇਣੀ ਹੈ ਨਾ। ਉਹਨੂੰ ਉਹ ਕਿਵੇਂ ਹੋਏਗੀ ਯਕੀਨੀ? ਜਦੋਂ ਤੁਸੀਂ ਖਰੀਦ ਕਰੋਗੇ। ਖਰੀਦ ਕਿੱਥੋਂ ਕਰੋਗੇ? ਮੰਡੀਆਂ 'ਚ, ਜਿੱਥੇ ਤੁਹਾਡੀਆਂ ਪੂਰੀਆਂ ਵਧੀਆ ਮੰਡੀ ਸਿਸਟਮ ਬਣਿਆ ਹੋਇਆ ਤੇ ਜਿੱਥੇ ਉਹ ਦੋਨੋਂ ਫਸਲਾਂ ਉਪਲਬਧ ਨੇ ਉੱਥੇ। ਹਰਿਆਣਾ, ਪੰਜਾਬ ਔਰ ਜਾਂ ਵੈਸਟਰਨ UP ਥੋੜ੍ਹੀਆਂ ਜਿਹੀਆਂ ਦਾ ਇੱਕ ਪਾਰਟ ਲਗਾ ਲਓ, ਇਹੀ 2-3 ਸਟੇਟਾਂ ਨੇ ਜਿੱਥੇ ਤੁਹਾਡਾ ਦੋਨੋਂ ਫਸਲਾਂ ਨੇ ਪਲੱਸ ਮੰਡੀਕਰਨ ਸਿਸਟਮ ਹੈ। ਬਾਕੀਆਂ 'ਚ ਕੀ ਹੈ ਕਿ ਜਾਂ ਤਾਂ ਇੱਕੋ ਹੀ ਫਸਲ ਹੈ ਵੀ ਉੱਥੇ ਜੇ ਕਣਕ ਹੋ ਰਹੀ ਹੈ ਤਾਂ ਫਿਰ ਚਾਵਲ ਨਹੀਂ ਹੋ ਰਿਹਾ, ਜੇ ਚਾਵਲ ਹੋ ਰਿਹਾ ਤਾਂ ਫਿਰ ਕਣਕ ਨਹੀਂ ਹੋ ਰਹੀ, ਮਤਲਬ ਇੱਦਾਂ। ਸੋ ਇਹ 2-3 ਸਟੇਟਾਂ ਸਮਝ ਲਓ ਇੱਦਾਂ ਦੀਆਂ ਹੈਗੀਆਂ ਨੇ ਜਿੱਥੇ ਕਣਕ ਤੇ ਚਾਵਲ ਦੋਨੋਂ ਹੁੰਦੇ ਆ ਔਰ ਮੰਡੀਕਰਨ ਸਿਸਟਮ ਵੀ ਇੱਥੇ ਬਣਿਆ ਹੋਇਆ। ਇਸ ਕਰਕੇ ਉਹਨਾਂ ਨੇ ਇਸੇ ਦੋ ਨੂੰ ਹੀ ਰੱਖਿਆ ਹੋਇਆ ਵੀ ਇੱਥੋਂ ਹੀ ਸਾਰਾ ਖਰੀਦ ਲਓ, ਔਰ ਆਲਮੋਸਟ ਇਹ 2 ਸਟੇਟਾਂ ਪੂਰਾ ਵੀ ਕਰ ਦਿੰਦੀਆਂ ਜਿੰਨਾ ਕੁ ਉਹਨਾਂ ਨੂੰ ਚਾਹੀਦਾ। ਹੁਣ ਦਿੱਕਤ ਕੀ ਆਈ ਹੈ? ਦਿੱਕਤ ਇਹ ਆਈ ਹੈ ਕਿ ਮੱਧ ਪ੍ਰਦੇਸ਼ ਵੀ ਵੱਡੇ ਪੈਦਾਵਾਰ ਵਾਲੇ ਸਟੇਟ ਵਜੋਂ ਉੱਭਰ ਗਿਆ। ਪਹਿਲਾਂ ਜੋ ਕਿ ਇੱਕ ਡੈਫੀਸਿਟ ਸਟੇਟ ਸੀ, ਹੁਣ ਉਹ ਪੈਦਾਵਾਰ ਵਾਲੇ ਸਟੇਟ ਬਣ ਗਿਆ। ਔਰ ਇਸ ਵਾਰੀ ਤਾਂ ਉਹਨੇ ਜਿਹੜੀ ਵੀਟ ਹੈ ਉਹ 'ਚ ਪੰਜਾਬ ਨੂੰ ਵੀ ਕ੍ਰਾਸ ਕਰਤਾ, ਕਿਉਂਕਿ ਇੱਕ ਤਾਂ ਸਟੇਟ ਬਹੁਤ ਵੱਡੀ ਆ ਉਹ, ਤੇ ਨੈਚੁਰਲੀ ਹੈ ਕਿ ਪੰਜਾਬ ਬਹੁਤ ਛੋਟੀ ਸਟੇਟ ਆ ਉਹਦੇ ਮੁਕਾਬਲੇ 'ਚ, ਤਾਂ ਇੰਨਾ ਪਰ ਏਕੜ ਯੀਲਡ ਤਾਂ ਸਾਡੀ ਜ਼ਿਆਦਾ ਹੈ, ਲੇਕਿਨ ਉਹਨਾਂ ਕੋਲ ਕਿਉਂਕਿ ਏਰੀਆ ਜ਼ਿਆਦਾ ਹੈ ਇਸ ਕਰਕੇ ਉਹ ਟੋਟਲ ਉਹਦੇ ਵਿੱਚ ਪ੍ਰੋਡਕਸ਼ਨ 'ਚੋਂ ਸਾਡੇ ਤੋਂ ਅੱਗੇ ਨਿਕਲ ਗਿਆ। ਹੁਣ ਦਿੱਕਤ ਪਿੱਛੇ ਤੋਂ ਇਹ ਹੋ ਰਹੀ ਹੈ ਕਿ ਲਗਾਤਾਰ
ਸਾਲ ਹੋ ਗਏ ਹੈ ਸਾਡਾ ਜਿਹੜਾ ਬਫਰ ਸਟਾਕ ਹੈ ਉਹ ਬਹੁਤ ਵੱਧ ਗਿਆ। ਮਤਲਬ ਅੱਗੇ ਸਾਨੂੰ ਕੰਟਰੀ ਨੂੰ 350 ਲੱਖ ਕੁਇੰਟਲ ਦੀ ਲੋੜ ਰਹਿੰਦੀ ਹੈ। ਇਹ ਅਸੀਂ ਹਮੇਸ਼ਾ ਆਪਣੇ ਕੋਲੇ ਰੱਖਦੇ ਹਾਂ ਕਿ ਕੱਲ ਨੂੰ ਕੋਈ ਕਾਲ ਪੈ ਜੇ, ਬਾੜ ਆ ਜੇ, ਮਤਲਬ ਕਰੋਨਾ ਟਾਈਪ ਕੁਝ ਚੀਜ਼ ਹੋ ਜੇ, ਤਾਂ ਇਸ ਤਰ੍ਹਾਂ ਦੀ ਚੀਜ਼ ਨਾਲ ਨਿਪਟਣ ਵਾਸਤੇ ਤੁਹਾਡੇ ਕੋਲੇ ਸਟਾਕ ਹੋਣੇ ਚਾਹੀਦੇ ਆ। ਲੇਕਿਨ ਹੁਣ ਕੀ ਹੋਇਆ ਕਿ ਲਗਾਤਾਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪ੍ਰੋਡਕਸ਼ਨ ਇੰਨੀ ਵੱਧ ਰਹੀ ਹੈ, ਉਹਦੇ ਚੱਕਰ 'ਚ ਕੀ ਹੋ ਰਿਹਾ ਹੈ ਕਿ ਸਾਰਾ ਜਿਹੜਾ ਬਫਰ ਸਟਾਕ ਜਿਹੜਾ ਸਾਨੂੰ 350 ਲੱਖ ਟਨ ਚਾਹੀਦਾ ਸੀ, ਉਹ ਇਸ ਟਾਈਮ 735 ਲੱਖ ਟਨ ਹੋ ਗਿਆ, ਯਾਨੀ ਕਿ ਡਬਲ ਨਾਲੋਂ ਵੀ ਜ਼ਿਆਦਾ ਹੋ ਗਿਆ। ਤਾਂ ਹੁਣ ਆਖਿਰ ਉਹ ਸੰਭਾਲਣਾ ਤਾਂ ਹੈ ਹੀ ਹੈ ਨਾ, ਕਿਵੇਂ ਸੰਭਾਲਿਆ ਜਾਏਗਾ? ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਪ੍ਰੋਬਲਮ ਹੈ ਉਹ ਇਹ ਹੈ ਕਿ ਇੰਨਾ ਸਟਾਕ ਉਹ ਲੈ ਕੇ ਕਿੱਥੇ ਜਾਣ। ਬਹੁਤ ਸਾਰੀਆਂ ਚੀਜ਼ਾਂ ਚੱਲੀਆਂ ਇਹਦੇ ਵਿੱਚ। ਇਹ ਆਇਆ ਕਿ ਜਿਹੜਾ ਅਸੀਂ 5 ਰੁਪਏ 5 ਕਿਲੋ ਅਨਾਜ ਦਿੰਦੇ ਹਾਂ ਮੁਫਤ ਦੇ ਵਿੱਚ, ਜਾਂ 2 ਰੁਪਏ ਕਿਲੋ ਦੇ ਹਿਸਾਬ ਨਾਲ ਜੁੜ ਦਿੰਦੇ ਹਾਂ, ਇਹਨੂੰ ਡਬਲ ਕਰਤਾ ਜਾਏ ਵੀ 5 ਕਿਲੋ ਦੀ ਬਜਾਏ 10 ਕਿਲੋ ਕਰਤਾ ਜਾਏ, ਤਾਂ ਕਿ ਹਰ ਇੱਕ ਨੂੰ 10-10 ਕਿਲੋ ਸੰਭਾਲਣਾ ਸੌਖਾ ਰਹੇਗਾ। ਤੇ ਲੇਕਿਨ ਫਿਰ ਉਹ ਆ ਗਿਆ ਕਿ ਨਹੀਂ, ਜੇ ਤੁਸੀਂ ਦੇਤਾ ਤੇ ਇਹ ਵਾਪਸ ਮੰਡੀਆਂ 'ਚ ਵਿਕ ਜਾ ਕਰੇਗਾ ਤੇ ਸਾਨੂੰ ਇੱਕੋ ਫਸਲ ਦੇ 2-2 ਦਾਮ ਦਿਆ ਕਰਨੇ ਪੈਣੇ ਆ, ਤੇ ਸਿਸਟਮ ਠੀਕ ਨਹੀਂ। ਉਹੀ 5 ਕਿਲੋ ਵਾਲਾ ਹੀ ਠੀਕ ਹੈ, ਬੰਦਾ ਆਪਣੇ ਲੈਂਦਾ ਹੈ, ਮਹੀਨੇ ਬਾਅਦ ਹੀ ਖਾ ਲਿਆ ਤੇ ਫਿਰ ਨਵਾਂ ਸਿਰ ਤੋਂ ਲੈ ਲਿਆ। ਤੇ ਹੁਣ ਫਿਰ ਕੀ ਕੀਤਾ ਜਾਏ? ਤਾਂ ਸਟਾਕ ਤਾਂ ਫਿਰ ਵੀ ਉਨਾ ਹੀ ਪਿਆ। ਤਾਂ ਉਹਨਾਂ ਨੇ ਇਹ ਇੱਕ ਕੱਢਿਆ ਹੈ ਕਿ ਚਲੋ ਸਟਾਕ ਪ੍ਰਾਈਵੇਟ ਸੈਕਟਰ ਨੂੰ ਵੇਚਿਆ ਜਾਏ। ਤਾਂ ਪ੍ਰਾਈਵੇਟ ਸੈਕਟਰ ਉਹਦੀ ਖਰੀਦ ਕਰੇਗਾ ਜਦੋਂ ਤੁਸੀਂ ਉਹਨੂੰ ਕੋਈ ਸੁਵਿਧਾ ਦੋਗੇ। ਤਾਂ ਇੱਥੇ ਉਹਨੂੰ ਕੀ ਸੁਵਿਧਾ ਦਿੱਤੀ ਹੈ ਕਿ ਤੁਸੀਂ ਮੰਡੀਆਂ ਤੋਂ ਬਾਹਰ ਖਰੀਦੋਗੇ ਤਾਂ ਤੁਹਾਨੂੰ ਜਿਹੜਾ 12-13% ਟੈਕਸ ਅਸੀਂ ਮੰਡੀਆਂ ਦੇ ਅੰਦਰ ਲੱਗਦਾ ਉਹ ਨਹੀਂ ਲਗਾਉਣਾ ਪਏਗਾ। ਤਾਂ ਦੇਖੋ ਪ੍ਰਾਈਵੇਟ ਸੈਕਟਰ ਨੂੰ ਫਿਰ ਇੱਕ 12-13% ਸਿੱਧਾ ਮੁਨਾਫਾ ਨਜ਼ਰ ਆਉਂਦਾ ਹੈ ਕਿ ਹਾਂ ਮੇਰਾ ਇਹ ਸਿੱਧਾ ਪੈਸਾ ਬਚਦਾ ਹੈ। ਸਪੋਜ਼ ਉਹਨਾਂ ਨੇ 100 ਕਰੋੜ ਦਾ ਖਰੀਦਣਾ ਔਰ 13% ਦੇ ਹਿਸਾਬ ਨਾਲ ਤੁਸੀਂ ਦੇਖੋ ਨਾ 13 ਕਰੋੜ ਰੁਪਏ ਇੱਕ ਤਰ੍ਹਾਂ ਦਾ ਬਚ ਗਿਆ ਉਹਨਾਂ ਨੇ। ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ 100 ਕਰੋੜ ਦਾ ਤਾਂ ਹੀ ਖਰੀਦੀਆਂ ਨੇ। ਜੇ 13 ਕਰੋੜ ਰੁਪਏ ਉਹਨਾਂ ਦਾ ਬਚ ਜੇ ਤਾਂ ਨੈਚੁਰਲੀ ਉਹ ਆਪਣੀ ਜਿਹੜੀ ਉਹ ਹੈਗੀ ਹੈ ਖਰੀਦ ਵਧਾ ਦੇਣਗੇ। ਤਾਂ ਗਵਰਨਮੈਂਟ ਦੀ ਜਿਹੜੀ ਮਨਸ਼ਾ ਹੈ ਉਹ ਇਹ ਹੈ ਕਿ ਇਹਨੂੰ ਆਪਾਂ ਜਿਹੜੇ ਅਸੀਂ ਖਰੀਦ ਰਹੇ ਹਾਂ ਉਹ ਹੌਲੀ ਹੌਲੀ ਥੱਲੇ ਜਾਏ ਤਾਂ ਕਿ ਉਹ ਸਟਾਕ ਖਤਮ ਹੋ ਜਾਏ ਤੇ ਅਸੀਂ ਫਿਰ ਇਹਨੂੰ ਸਰਕਾਰ ਆਪਣਾ ਬੋਝ ਘਟਾ ਕੇ ਆਪਣਾ ਬੋਝ ਘਟਾਏ। ਹੁਣ ਇਹਦੇ 'ਚ ਦਿੱਕਤ ਕੀ ਆ ਰਹੀ ਹੈ ਕਿ ਇਹਨਾਂ ਨੇ ਬਾਜ਼ਾਰ ਤਾਂ ਖੋਲ੍ਹਤਾ, ਇਹਨਾਂ ਨੇ ਕਹਿਤਾ ਵੀ ਠੀਕ ਹੈ ਜੋ ਮਰਜ਼ੀ ਖਰੀਦੋ, ਜਿੰਨਾ ਮਰਜ਼ੀ ਖਰੀਦੋ, ਜਿੱਥੇ ਮਰਜ਼ੀ ਰੱਖੋ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਇਹਨਾਂ ਨੇ ਪੀਡੀਐਸ ਸਿਸਟਮ ਨਹੀਂ ਬੰਦ ਕੀਤਾ। ਦੇਖੋ ਇਹ ਚੀਜ਼ ਫਾਰਮਰ ਨੂੰ ਫਾਇਦਾ ਪਹੁੰਚਾ ਸਕਦੀ ਸੀ, ਪਰ ਉਦੋਂ ਜਦੋਂ ਪੀਡੀਐਸ ਸਿਸਟਮ ਬੰਦ ਕਰਦੇ, ਪੀਡੀਐਸ ਸਿਸਟਮ ਬੰਦ ਕਰਕੇ ਅੱਜ ਦੀ ਡੇਟ 'ਚ ਜਿੰਨਾ ਪੀਡੀਐਸ ਸਿਸਟਮ ਸਪੋਜ਼ ਤੁਹਾਨੂੰ ਉਹ ਅਨਾਜ ਦੇ ਰਿਹਾ ਵੀ 5 ਕਿਲੋ ਤੁਹਾਨੂੰ ਕਣਕ ਮਿਲ ਰਹੀ ਹੈ, 5 ਕਿਲੋ ਕਣਕ ਹੋ ਗਈ ਜੀ 100 ਰੁਪਏ ਦੀ, ਹੈ ਨਾ, 5 ਕਿਲੋ ਹੀ ਚਾਵਲ ਦਿੱਤੇ ਉਹ ਹੋ ਗਿਆ 150 ਰੁਪਏ ਦਾ। ਤਾਂ ਇਹ 250 ਰੁਪਇਆ ਤੁਹਾਨੂੰ ਮਿਲ ਰਿਹਾ, 250 ਦਾ ਅਨਾਜ ਮਿਲ ਰਿਹਾ। ਇਹ ਅਨਾਜ ਦੇ ਬਦਲੇ ਜੋ ਤੁਹਾਨੂੰ 250 ਰੁਪਏ ਦੇ ਦੇਣ ਤੁਹਾਡੇ ਖਾਤੇ 'ਚ ਪਾਤਾ ਔਰ ਉਹਨਾਂ ਨੇ ਕਹਿਤਾ ਜੀ ਹੁਣ ਅਸੀਂ ਪੀਡੀਐਸ ਸਿਸਟਮ ਤੋੜ ਰਹੇ ਹਾਂ, ਹੁਣ ਅਸੀਂ ਨਹੀਂ ਦੇਵਾਂਗੇ, ਤੁਹਾਡੇ ਖਾਤੇ 'ਚ ਪੈਸੇ ਆ ਗਏ, ਤੁਸੀਂ ਜਿੱਥੋਂ ਮਰਜ਼ੀ ਖਰੀਦੋ। ਫਿਰ ਤਾਂ ਇਹ ਸਿਸਟਮ ਕਾਮਯਾਬ ਸੀ। ਫਿਰ ਕੀ ਹੁੰਦਾ ਕਿ ਉਹ ਬੰਦੇ, ਕਿਉਂਕਿ ਖਾਣਾ ਤਾਂ ਸਭ ਦੀ ਪਹਿਲੀ ਉਹ ਹੈ, ਮਤਲਬ ਅਸੀਂ ਸਾਰੀਆਂ ਚੀਜ਼ਾਂ ਤੋਂ ਬਿਨਾਂ ਤਾਂ ਚੱਲ ਸਕਦੇ ਲੇਕਿਨ ਇਹ ਮੁੱਢਲੀ ਜ਼ਰੂਰਤ ਹੈ। ਜਿਹੜਾ 250 ਰੁਪਇਆ ਆਊਗਾ ਮੇਰੇ ਕੋਲੇ, ਮੈਂ ਸਭ ਤੋਂ ਪਹਿਲਾਂ ਹੋਰ ਕੋਈ ਕੰਮ ਨਹੀਂ ਖਰੀਦੂੰਗਾ, ਮੈਂ ਪਹਿਲਾਂ ਕਣਕ ਤੇ ਆਟਾ, ਚਾਵਲ, ਦਾਲ, ਜੋ ਵੀ ਚੀਜ਼ ਮੈਂ ਖਰੀਦ ਸਕਦਾ ਉਹਦੇ ਨਾਲ ਉਹ ਖਰੀਦੂੰਗਾ ਤੇ ਲੈ ਕੇ ਆਊਂਗਾ। ਫਿਰ ਮਾਰਕੀਟ ਦੇ ਵਿੱਚ ਜਿਹੜੀ ਉਹ ਪ੍ਰਾਈਸ ਹੈ ਉਹ ਅੱਪ ਜਾਂਦੀ, ਤਾਂ ਉੱਥੇ ਫਾਰਮਰ ਨੂੰ ਫਾਇਦਾ ਹੁੰਦਾ। ਲੇਕਿਨ ਇਹ ਨਹੀਂ ਕੀਤਾ। ਇੱਕ ਯਾਨੀ ਕਿ ਜਿਹੜੀ ਇੱਕ ਪੂਰੀ ਯੋਜਨਾ ਸੀ ਉਹਦਾ ਅੱਧਾ ਪਾਰਟ ਤਾਂ ਲਾਗੂ ਕਰਤਾ ਜਿਹੜਾ ਫਾਰਮਰ ਵਾਲਾ ਪਾਸਾ ਹੈ, ਲੇਕਿਨ ਜਿਹੜਾ ਪੀਡੀਐਸ ਵਾਲਾ ਪਾਰਟ ਹੈ ਉਹ ਹਜੇ ਤੱਕ ਲਾਗੂ ਨਹੀਂ ਕੀਤਾ। ਤਾਂ ਉਹਦੇ ਨਾਲ ਕੀ ਹੋਇਆ ਕਿ ਸਰਕਾਰ ਪੀਡੀਐਸ 'ਚ ਤਾਂ ਉਸੇ ਤਰ੍ਹਾਂ ਹੀ ਰੱਖਿਆ, ਇਹਦਾ ਮਤਲਬ ਰੇਟ ਤਾਂ ਸਰਕਾਰ ਖੁਦ ਹੀ ਖਰਾਬ ਕਰੇਗੀ। ਜਦੋਂ 2-2 ਰੁਪਏ ਕਿਲੋ ਦੇਤੇਗਾ ਤਾਂ ਫਿਰ ਫਾਰਮਰ ਦਾ ਕੌਣ ਖਰੀਦੇਗਾ? ਇਹ ਇਹਨਾਂ ਨੂੰ ਸਮਝ ਨਹੀਂ ਆ ਰਹੀ ਹੈ ਕਿ ਜਾਂ ਤਾਂ ਦੋਨੋਂ ਕਰੋ ਜਾਂ ਫਿਰ ਦੋਨੋਂ ਬੰਦ ਕਰੋ। ਸਰਕਾਰ ਦੀ ਇਹ ਮਤਲਬ ਇੱਕ ਤਰ੍ਹਾਂ ਦਾ ਮੁੱਢਲੀ ਜ਼ਰੂਰਤ ਹੈ ਉਹਨਾਂ ਦੀ ਕਿ ਉਹ ਆਪਣੇ ਜਿਹੜਾ ਲੋਕ ਹੈਗੇ ਆ ਜਿਸ 'ਚ ਪੀਡੀਐਸ ਸਿਸਟਮ 'ਚ ਉਹਨਾਂ ਨੇ ਦੇਣਾ ਹੈ ਉਹਨਾਂ ਨੂੰ ਉਹ ਦੇਵੇ ਤੇ ਉਸ ਕਿਸਾਨਾਂ ਤੋਂ ਖਰੀਦੇ ਇੱਕ ਨਿਸ਼ਚਿਤ ਕੀਮਤ 'ਤੇ, ਉਹ ਬੰਦ ਨਾ ਕਰੇ। ਤਾਂ ਫਿਰ ਇਹ ਐਮਐਸਪੀ ਜਾਂ ਇਸ ਤਰ੍ਹਾਂ ਦਾ ਮੰਡੀ ਸਿਸਟਮ ਤੋੜਨ ਦੀ ਕੋਈ ਲੋੜ ਨਹੀਂ। ਉਹਨਾਂ ਨੂੰ ਕਹੋ ਕਿ ਜੀ ਠੀਕ ਹੈ ਤੁਸੀਂ ਜਿੰਨਾ ਖਰੀਦੋ ਜਿੱਥੋਂ ਮਰਜ਼ੀ ਖਰੀਦੋ ਲੇਕਿਨ ਤੁਹਾਨੂੰ ਸਾਰੇ ਪੈਸੇ ਤਾਂ ਦੇਣੇ ਹੀ ਪੈਣਗੇ, ਤਾਂ ਉਹ ਸਾਰੇ ਫਿਰ ਮੰਡੀਆਂ 'ਚ ਹੀ ਖਰੀਦਣਗੇ, ਫਿਰ ਉਹਨਾਂ ਨੂੰ ਕੋਈ ਆਸ਼ੰਕਾ ਨਹੀਂ ਰਹੇਗੀ। ਲੇਕਿਨ ਸਿਸਟਮ ਕੀ ਹੋ ਰਿਹਾ ਕਿ ਹਜੇ ਅਸੀਂ ਅੱਧਾ ਲਾਗੂ ਕਰ ਰਹੇ ਹਾਂ, ਇਸ ਕਰਕੇ ਜੋ ਮਤਲਬ ਇੱਕ
ਜੋ ਇੱਕ ਸੋਚੀ ਹੋਈ ਚੀਜ਼ ਸੀ ਉਹ ਲਾਗੂ ਨਹੀਂ ਹੋ ਰਹੀ ਹੈਗੀ ਇੱਕ। ਔਰ ਦੂਜਾ ਮੈਨੂੰ ਇਹ ਲੱਗ ਰਿਹਾ ਕਿ ਸਰਕਾਰ ਭੱਜਣਾ ਚਾਹੁੰਦੀ ਹੈ, ਮਤਲਬ ਜਿਹੜਾ ਇਹ ਖਰੀਦ ਵਾਲਾ ਸਿਸਟਮ ਹੈ ਇਹਦੇ ਤੋਂ ਭੱਜਣਾ ਚਾਹੁੰਦੀ ਹੈ। ਤੇ ਦੇਖੋ ਜੇ ਸਰਕਾਰ ਭੱਜ ਗਈ ਤਾਂ 2 ਸਾਲ ਨੂੰ ਜਾਂ 3 ਸਾਲ ਨੂੰ ਇਹ ਸਿਸਟਮ ਕ੍ਰੈਸ਼ ਕਰ ਹੀ ਜਾਣਾ ਹੈ, ਇਹ ਨਹੀਂ ਟਿਕ ਪਾਏਗਾ। ਤੇ ਸਰ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰ ਰਹੇ ਹਾਂ, ਸਰਕਾਰ ਤੇ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਮੀਟਿੰਗ ਦੀ ਜਿਹੜੀ ਗੱਲ ਕੀਤੀ ਹੈ, ਤੇ ਹੁਣ ਜਿਹੜਾ ਲੰਬੇ ਸਮੇਂ ਤੋਂ ਜਿਹੜਾ ਕਿਸਾਨੀ ਅੰਦੋਲਨ ਹੈ ਉਸ ਨੂੰ ਸਭ ਦਾ ਸਾਥ ਮਿਲਿਆ, ਭਾਵੇਂ ਉਹ ਕਲਾਕਾਰ ਭਾਈਚਾਰਾ ਹੋਵੇ, ਸਰਕਾਰੀ ਮੁਲਾਜ਼ਮ ਹੋਣ, ਰਿਟਾਇਰਡ ਮੁਲਾਜ਼ਮ ਹੋਣ, ਹਰੇਕ ਵਰਗ, ਮਜ਼ਦੂਰ, ਜਿੰਨੇ ਵੀ ਵਰਗ ਨੇ ਸਭ ਦਾ ਸਾਥ ਮਿਲਿਆ। ਤੇ ਹੁਣ 2.5 ਮਹੀਨੇ ਬਾਅਦ ਆਖਰ ਜਥੇਦਾਰ ਅਕਾਲ ਤਖਤ ਸਾਹਿਬ ਦਾ ਬਿਆਨ ਆਉਂਦਾ ਹੈ ਕਿ ਜਿੰਨਾ ਵੀ ਸਮੁੱਚਾ ਸਿੱਖ ਭਾਈਚਾਰਾ ਹੈ ਉਹ ਵੀ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸ਼ਾਮਲ ਹੋਵੇ, ਕਿਸਾਨਾਂ ਦਾ ਸਾਥ ਦੇਵੇ। ਹਾਲਾਂਕਿ 2 ਮਹੀਨੇ ਤੋਂ ਜਥੇਦਾਰ ਚੁੱਪ ਸੀ, ਉਹਨਾਂ ਨੂੰ ਸਿੱਖ ਸੰਗਤ ਨੂੰ ਕੋਈ ਅਪੀਲ ਨਹੀਂ ਕੀਤੀ, ਪਰ ਹੁਣ ਇੱਕਦਮ ਤੋਂ ਅਪੀਲ ਕੀਤੀ ਹੈ ਜਥੇਦਾਰ ਸਾਹਿਬ ਨੇ। ਦੇਖੋ ਉਹਦੇ ਚ ਬਿਲਕੁਲ ਤੁਹਾਡੀ ਠੀਕ ਗੱਲ ਹੈ, ਮਤਲਬ ਉਹ ਇੱਕ ਧਾਰਮਿਕ ਸ਼ਖਸੀਅਤ ਹੈ, ਮੈਂ ਇਸ ਗੱਲ ਤੇ ਤਾਂ ਨਹੀਂ ਜਾਊਂਗਾ ਕਿ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤੀ ਤੇ ਹੁਣ ਕਿਉਂ ਕਰਤੀ। ਤੇ ਧਾਰਮਿਕ ਸ਼ਖਸੀਅਤ ਨੈਚੁਰਲੀ ਜ਼ਿਆਦਾ ਆਪਣੇ ਧਰਮ ਵਾਲੇ ਕੰਮਾਂ 'ਚ ਹੀ ਕਰਦੇ ਆ। ਕੱਲ ਵੀ ਜਿਹੜਾ ਉਹਨਾਂ ਨੇ ਮਤਲਬ ਕੀਤਾ ਉਹ ਦੀਵਾਲੀ ਦੇ ਮੌਕੇ ਤੇ ਇੱਕ ਕੌਮ ਨੂੰ ਸੰਦੇਸ਼ ਦਿੰਦੇ ਹੁੰਦੇ ਆ, ਤੇ ਉਹ ਸੰਦੇਸ਼ ਦੇ ਵਿੱਚ ਹੀ ਉਹਨਾਂ ਨੇ ਉਹ ਪਾ ਲਿਆ ਕਿ ਬਈ ਸਾਨੂੰ ਸਾਥ ਦੇਣਾ ਚਾਹੀਦਾ। ਦੂਜੀ ਗੱਲ ਜਿਹੜੀ ਮੈਨੂੰ ਇਹ ਲੱਗ ਰਹੀ ਹੈਗੀ ਹੈ ਉਹ ਇਹ ਹੈ ਕਿ ਠੀਕ ਹੈ, ਇੱਕ ਤਾਂ ਉਹਨਾਂ ਨੇ ਇਹ ਜਿਹੜਾ ਸੰਦੇਸ਼ ਦਿੱਤਾ ਹੈ, ਨੋ ਡਾਊਟ ਕਿ ਇਹਦੇ ਨਾਲ ਜਿਹੜਾ ਇੱਕ ਕਮ ਸੇ ਕਮ ਜਿਹੜਾ ਸਿੱਖ ਸਮੁਦਾਇ ਹੈਗਾ ਉਹ ਤਾਂ ਘੱਟੋ ਘੱਟ ਫਾਰਮਿੰਗ ਨਾਲ ਜ਼ਰੂਰ ਜੁੜਿਆ ਰਹੇ ਔਰ ਕਿਸਾਨਾਂ ਨਾਲ ਰਹੇ। ਪਰ ਇਹਦੇ ਵਿੱਚ ਮੈਨੂੰ ਇੱਕ ਜਿਹੜਾ ਤੁਸੀਂ ਕਿਹਾ ਨਾ ਕਿ ਸਾਰੇ ਮਤਲਬ ਵਰਗਾਂ ਦਾ ਸਾਥ ਮਿਲਿਆ, ਮੈਨੂੰ ਹਜੇ ਵੀ ਲੱਗਦਾ ਹੈ ਕਿ ਇੱਕ ਜਿਹੜਾ ਸਭ ਤੋਂ ਵੱਡਾ ਵਰਗ ਹੈ ਉਹ ਹੈ ਕੰਜ਼ਿਊਮਰ, ਜਿਹੜੇ ਆਮ ਲੋਕ ਨੇ, ਉਹਨਾਂ ਦਾ ਸਾਥ ਹਜੇ ਨਹੀਂ ਮਿਲਿਆ। ਉਹ ਹਜੇ ਵੀ ਕਰੀ ਜਾ ਰਹੇ ਕਿ ਟ੍ਰੇਨਾਂ ਬੰਦ ਕਰ ਰੱਖੀਆਂ ਹੈ, ਸਾਨੂੰ ਬਿਜ਼ਨਸ 'ਚ ਪਰੇਸ਼ਾਨੀ ਹੋ ਰਹੀ ਹੈ, ਸਾਨੂੰ ਫਲਾਣੇ 'ਚ ਪਰੇਸ਼ਾਨੀ ਹੋ ਰਹੀ ਹੈ। ਮੈਨੂੰ ਇਹ ਲੱਗਦਾ ਕਿ ਅਲਟੀਮੇਟਲੀ ਤੁਹਾਨੂੰ ਮੈਂ ਦੱਸਾਂ ਫਾਰਮਿੰਗ ਸੈਕਟਰ ਤਾਂ ਭਾਵੇਂ ਫਿਰ ਵੀ ਚੱਲ ਜਾਏਗਾ, ਜੇ ਇਹ ਬਿੱਲ ਕਾਨੂੰਨ ਲਾਗੂ ਵੀ ਹੋ ਗਏ ਨਾ ਤਾਂ ਫਾਰਮਿੰਗ ਸੈਕਟਰ ਨੂੰ ਕੁਝ ਨਹੀਂ ਹੋਏਗਾ, ਕਿਉਂਕਿ ਅਲਟੀਮੇਟਲੀ ਇਹ ਜਿਹੜੀਆਂ ਜ਼ਰੂਰਤਾਂ ਨੇ ਇਹ ਪੈਦਾ ਤਾਂ ਉਹਨਾਂ ਨੇ ਹੀ ਕਰਨੀਆਂ ਨੇ। ਸਭ ਤੋਂ ਵੱਡਾ ਇਫੈਕਟ ਜਿਹੜਾ ਹੋਊਗਾ ਉਹ ਕੰਜ਼ਿਊਮਰ ਨੂੰ ਹੋਊਗਾ। ਉਹਦਾ ਮੈਂ ਤੁਹਾਨੂੰ ਇੱਕ ਬਹੁਤ ਸੁੰਦਰ ਉਦਾਹਰਣ ਨਾਲ ਤੁਹਾਨੂੰ ਮੈਂ ਦੱਸ ਦੇਣਾ। ਆ ਜਿਹੜਾ ਹੁਣ ਸੀਜ਼ਨ ਨਿਕਲਿਆ ਚੱਲ ਰਿਹਾ ਜਿਹੜਾ, ਉਹ ਜੇ ਤੁਸੀਂ ਦੇਖਿਆ ਪਿਛਲੇ 1 ਮਹੀਨੇ ਤੋਂ 45 ਰੁਪਏ ਤੋਂ ਘੱਟ ਆਲੂ ਨਹੀਂ ਆਇਆ ਔਰ 70-80 ਰੁਪਏ ਤੋਂ ਘੱਟ ਤੁਹਾਨੂੰ ਪਿਆਜ਼ ਨਹੀਂ ਮਿਲਿਆ। ਠੀਕ, ਹੁਣ ਤੁਸੀਂ ਸੋਚੋ ਵੀ ਯਾਰ ਅਚਾਨਕ ਇਦਾਂ ਦਾ ਕੀ ਹੋ ਗਿਆ ਕਿ ਆਲੂ ਵੀ ਰੇਟ ਦਾ ਡਾਊਨ ਨਹੀਂ ਜਾ ਰਿਹਾ ਔਰ ਪਿਆਜ਼ ਦਾ ਰੇਟ ਵੀ ਡਾਊਨ ਨਹੀਂ ਜਾ ਰਿਹਾ। ਇਹਦਾ ਕਾਰਨ ਸਮਝੋ, 1.5 ਮਹੀਨਾ ਪਹਿਲਾਂ ਹੀ ਇਹ ਕਾਨੂੰਨ ਲਾਗੂ ਹੋਏ ਨੇ। ਠੀਕ, ਆਲੂ ਔਰ ਪਿਆਜ਼ ਦੋਨੋਂ ਸਲੋ ਕਰਕੇ ਉਹਨਾਂ, ਕਿਉਂਕਿ ਸਟੋਰਾਂ 'ਚ ਨੇ, ਆਲੂ ਸਟੋਰ 'ਚ ਪਿਆ ਔਰ ਇਹਦੀ ਨਵੀਂ ਫਸਲ ਆ ਰਹੀ ਹੈ, ਦੋਨੋਂ ਨੇ ਆਪਣੇ ਉਹਨਾਂ ਨੂੰ ਰੋਕ ਲਿਆ। ਸਪੋਜ਼ ਮੇਰਾ ਆਲੂ ਗੋਡਾਊਨ ਕੋਲਡ ਸਟੋਰ 'ਚ ਲੱਗਿਆ ਹੋਇਆ ਤਾਂ ਮੈਂ ਕਿਉਂ ਕੱਢੂੰਗਾ? ਮੈਂ ਦੇਖ ਰਿਹਾ ਕਿ ਮਾਰਕੀਟ ਦੀ ਜ਼ਰੂਰਤ ਕਿੰਨੀ ਹੈ, ਵੀ ਅੱਜ 50 ਬੋਰੀ ਲੱਗਣੀ ਹੈ ਤਾਂ ਮੈਂ 10 ਹੀ ਕੱਢੂੰਗਾ, ਮੈਂ 50 ਕੱਢੂੰਗਾ ਹੀ ਨਹੀਂ, ਕਿਉਂਕਿ ਮੈਨੂੰ ਪਤਾ ਹੈ ਕਿ ਅਗਲੇ 3 ਮਹੀਨੇ ਤੱਕ, ਜਨਵਰੀ ਐਂਡ ਤੱਕ ਆਲੂ ਮਾਰਕੀਟ 'ਚ ਨਹੀਂ ਆ ਰਿਹਾ, ਆਣਾ ਕਿਤੋਂ ਵੀ। ਤਾਂ ਮੈਂ ਕਹੂੰਗਾ ਕਿ ਹੁਣ ਤਾਂ ਮੈਨੂੰ ਸਰਕਾਰ ਨੇ ਮੌਕਾ ਦਿੱਤਾ, ਸਰਕਾਰ ਹੀ ਕਹਿ ਰਹੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਸਟੋਰ ਕਰੋ, ਸਾਨੂੰ ਦੱਸਣ ਦੀ ਲੋੜ ਨਹੀਂ। ਤਾਂ ਫਿਰ ਮੇਰੇ ਕੋਲ ਤਾਂ ਮੌਕਾ, ਮੈਂ ਤਾਂ ਸਟੋਰ ਕੀਤਾ ਪਿਆ, ਮੈਂ ਕਿਉਂ ਕੱਢੂੰਗਾ? ਮੈਂ ਉਹਨਾਂ ਕੱਢੂੰਗਾ ਜਿਹਦੇ ਨਾਲ ਮਾਰਕੀਟ 'ਚ ਕ੍ਰਾਈਸਿਸ ਪੈਦਾ ਰਹੇ, ਤਾਂ ਕਿ ਜਿਹੜਾ ਮੇਰਾ 10 ਰੁਪਏ ਕਿਲੋ ਜਾਂ 15 ਰੁਪਏ ਕਿਲੋ ਵਿਕਣਾ ਹੈ ਉਹ 45 ਰੁਪਏ ਕਿਲੋ ਵਿਕੇ। ਮੇਰਾ ਲਾਸਟ 'ਚ ਮੰਨ ਲਓ 5-10 ਕਿਲੋ ਕੁਇੰਟਲ ਖਰਾਬ ਵੀ ਹੋਵੇ ਤਾਂ ਹੋ ਜਾਏ, ਕੀ ਫਰਕ ਪੈ ਰਿਹਾ? ਲੇਕਿਨ ਅੱਜ ਤਾਂ ਮੇਰਾ 40-45 ਰੁਪਏ ਵਿਕ ਰਿਹਾ ਨਾ। ਉਸ ਚੱਕਰ 'ਚ ਨਾ ਪਿਆਜ਼ ਡਾਊਨ ਹੋਇਆ ਨਾ ਆਲੂ ਡਾਊਨ ਹੋਇਆ। ਇਹ ਦੋਨੋਂ ਫਸਲਾਂ ਨੇ ਆਮ ਜਨਤਾ ਦੀਆਂ ਤਾਂ ਚੀਕਾਂ ਕਢਾਤੀਆਂ ਨਾ। ਇਹ ਤੁਸੀਂ ਸਮਝੋ ਇਸ ਨੂੰ ਕਿ ਇਹ ਹਜੇ ਸਿਰਫ 2 ਫਸਲਾਂ ਹੈ। ਮੈਂ ਤੁਹਾਨੂੰ ਕਹਿ ਰਿਹਾ ਵੀ ਇਹ ਸਾਰਾ ਸਿਸਟਮ ਦਾਲਾਂ ਤੇ ਵੀ ਹੋਊਗਾ। ਤੁਸੀਂ ਸ਼ਾਇਦ ਨੋਟ ਕੀਤਾ ਕਿ ਨਹੀਂ ਮੈਨੂੰ ਨਹੀਂ ਪਤਾ, ਲੇਕਿਨ ਅਗਰ ਤੁਸੀਂ ਪਿਛਲੇ 3 ਮਹੀਨੇ 'ਚ ਦਾਲਾਂ ਦੇ ਰੇਟ ਨੂੰ ਕੰਪੈਰੀਜ਼ਨ ਕਰੋ ਤਾਂ ਦਾਲਾਂ 50% ਤੋਂ ਉੱਪਰ ਹੋ ਗਈਆਂ। ਉਹਦਾ ਕਾਰਨ ਕੀ ਹੈ? ਉੱਥੇ ਵੀ ਉਹਨਾਂ ਨੇ ਸਾਰਿਆਂ ਨੇ ਦਾਲਾਂ ਨੂੰ ਰੋਕ ਲਿਆ, ਕਿਉਂਕਿ ਇਹ ਚੀਜ਼ ਖਰਾਬ ਹੋਣ ਵਾਲੀ ਨਹੀਂ ਹੈ ਔਰ ਆਰਾਮ ਨਾਲ ਕੱਢੀ ਜਾ ਸਕਦੀ ਹੈ। ਹਰ ਘਰ ਦੀ ਜ਼ਰੂਰਤ ਹੈ ਦਾਲ,
ਔਰ ਤੁਸੀਂ ਆਰਾਮ ਨਾਲ ਉਹਨੂੰ ਕੱਢਣਾ ਹੈ ਤਾਂ ਤੁਸੀਂ ਕਿਉਂ ਮਾਰਕੀਟ ਫਲੱਡਿੰਗ ਕਰੋਗੇ? ਤੁਸੀਂ ਆਰਾਮ ਨਾਲ ਕੱਢੋ, ਮਾਰਕੀਟ 'ਚ ਕ੍ਰਾਈਸਿਸ ਪੈਦਾ ਕਰਕੇ ਰੱਖੋ ਤੇ ਕ੍ਰਾਈਸਿਸ 'ਚ ਤੁਹਾਡੀ ਚੀਜ਼ ਦੀ ਕੀਮਤ ਉੱਪਰ ਆਈ ਆ ਰਹੀ ਹੈ ਆਪਣੇ ਆਪ ਹੀ। ਤੁਹਾਨੂੰ ਮਤਲਬ ਜੇ ਤੁਹਾਡੇ ਕੋਲ ਘੱਟ ਵੀ ਹੈ ਤਾਂ ਵੀ ਅੱਛਾ ਪ੍ਰਾਈਸ ਮਿਲ ਰਿਹਾ ਹੈ। ਤਾਂ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਕਿ ਜਿਹੜੇ ਇਹ 3 ਬਿੱਲ ਨੇ ਉਹ MSP ਵਾਲਾ ਨਹੀਂ ਹੈ, MSP ਵਾਲਾ ਤਾਂ ਅਲੱਗ ਹੈ। ਜਿਹੜਾ ਇਹ ਬਿੱਲ ਹੈਗਾ ਜਿਹੜਾ ਮੈਂ ਤੁਹਾਨੂੰ ਕਿਹਾ ਜਿਹਦੇ ਵਿੱਚ ਸਟੋਰੇਜ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਹੋ, ਜਿੱਥੇ ਮਰਜ਼ੀ ਕਰ ਸਕਦੇ ਹੋ, ਤੁਹਾਨੂੰ ਸਰਕਾਰ ਨੂੰ ਦੱਸਣ ਦੀ ਲੋੜ ਨਹੀਂ। ਉਹ ਵਾਲਾ ਕਾਨੂੰਨ ਆਮ ਕੰਜ਼ਿਊਮਰ ਦੇ ਲਈ ਬਹੁਤ ਘਾਤਕ ਹੈ ਔਰ ਅਸੀਂ ਉਹਦੇ ਤੇ ਹਜੇ ਤੱਕ ਕੋਈ ਵੀ ਚਿੰਤਾ ਨਹੀਂ ਕਰ ਰਹੇ। ਜਿਹੜਾ ਤੁਸੀਂ ਗੱਲ ਕੀਤੀ ਵੀ ਸਾਰੇ ਵਰਗਾਂ ਦਾ ਸਾਥ ਮਿਲ ਰਿਹਾ, ਮੈਂ ਉਹਦੇ ਨਾਲ ਉਹ ਨਹੀਂ ਕਰ ਰਿਹਾ, ਸਹਿਮਤ ਨਹੀਂ, ਕਿਉਂਕਿ ਵੱਡਾ ਵਰਗ ਜਿਹੜਾ ਹੈਗਾ ਖਾਸ ਤੌਰ ਤੇ ਜਿਹੜਾ ਕੰਜ਼ਿਊਮਰ ਵਰਗ ਹੈ ਉਹਦਾ ਸਾਥ ਹਜੇ ਨਹੀਂ ਮਿਲ ਰਿਹਾ। ਜੇ ਉਹਦਾ ਸਾਥ ਮਿਲ ਰਿਹਾ ਹੁੰਦਾ ਤਾਂ ਉਹ ਵੀ ਨਾਲ ਉੱਥੇ ਬੈਠੇ ਹੁੰਦੇ। ਜ਼ਰੂਰਤ ਇਕੱਲੇ ਕਿਸਾਨ ਦੀ ਤਾਂ ਨਹੀਂ ਹੈਗੀ ਨਾ, ਮੇਰੀ ਵੀ ਤਾਂ ਉਨੀ ਜ਼ਰੂਰਤ ਹੈ ਨਾ। ਠੀਕ ਹੈ ਕਿ ਮੈਨੂੰ ਤਨਖਾਹ ਮਿਲਦੀ ਹੈ ਤਾਂ ਮੈਂ ਸੋਚ ਰਿਹਾ ਕਿ ਠੀਕ ਹੈ ਚਲੋ ਯਾਰ 50 ਰੁਪਏ ਕਿਲੋ ਹੋ ਗਿਆ ਤਾਂ ਵੀ ਕੀ ਹੈ ਮੈਂ ਖਰੀਦ ਲੂੰਗਾ, ਲੇਕਿਨ ਹਰ ਬੰਦਾ ਤਾਂ ਨਹੀਂ ਸੋਚ ਸਕਦਾ ਹੈ। ਇਸ ਕਰਕੇ ਜਦ ਤੱਕ ਸਾਰੇ ਇਕੱਠੇ ਹੋ ਕੇ ਸਾਥ ਨਹੀਂ ਦਿੰਦੇ, ਹੁਣ ਬਿਹਾਰ ਦੇ ਇਲੈਕਸ਼ਨ ਹੋਏ ਨੇ ਤੇ ਬਿਹਾਰ ਦੇ ਇਲੈਕਸ਼ਨ 'ਚ ਫਿਰ ਵੀ BJP ਗਵਰਨਮੈਂਟ ਜਿੱਤੀ ਗਈ ਹੈ ਨਾ, ਤਾਂ ਫਿਰ ਕੀ ਦਿੱਕਤ ਆਈ ਹੈ? ਇਹਦਾ ਮਤਲਬ ਲੋਕਾਂ ਨੂੰ ਹਜੇ ਨਹੀਂ ਅੰਦਾਜ਼ਾ ਇਸ ਗੱਲਾਂ ਦਾ ਕਿ ਕੀ ਹੋਇਆ। ਹਾਂ, ਲੇਕਿਨ ਹਰਿਆਣਾ ਦੇ ਲੋਕਾਂ ਨੇ ਜ਼ਰੂਰ ਦਿਖਾਇਆ। ਹਰਿਆਣੇ ਦੇ ਲੋਕਾਂ ਨੂੰ ਪੱਕਾ ਪਤਾ ਸੀ ਵੀ ਜੇ ਅਸੀਂ ਕਾਂਗਰਸ ਦੇ ਬੰਦੇ ਨੂੰ ਜਿਤਾ ਤਾਂ 4 ਸਾਲ ਅਗਲੇ ਜਿਹੜੇ ਹੈਗੇ ਨੇ ਉਹ ਸਾਡਾ ਬੰਦਾ ਓਪੋਜੀਸ਼ਨ 'ਚ ਬੈਠੇਗਾ। ਪਰ ਉਹ ਫਿਰ ਵੀ ਕਹਿਣਗੇ ਕਿ ਨਹੀਂ, ਇਹਨਾਂ ਨੇ ਫਾਰਮਿੰਗ ਸੈਕਟਰ ਨਾਲ ਧੋਖਾ ਕੀਤਾ, ਅਸੀਂ ਨਹੀਂ ਜਿੱਤਣ ਦੇਣਾ। ਪਿਛਲੇ ਵਾਲੇ ਇਲੈਕਸ਼ਨ ਨਾਲੋਂ ਦੁੱਗਣੇ ਮਾਰਜਨ ਤੇ ਉਹਨਾਂ ਨੇ ਹਰਾਇਆ ਉਹਨਾਂ ਨੂੰ। ਸੋ ਮੈਂ ਇਹ ਜਿਹੜੀ ਗੱਲ ਕਰ ਰਿਹਾ ਨਾ ਕਿ ਕੰਜ਼ਿਊਮਰਸ ਨੂੰ ਹਜੇ ਪਤਾ ਨਹੀਂ ਲੱਗ ਰਿਹਾ। ਇਹ ਜਦੋਂ ਸਾਰੀਆਂ ਚੀਜ਼ਾਂ ਦੇ ਰੇਟ ਆਲੂ ਪਿਆਜ਼ ਵਾਂਗੂ ਹੀ ਕ੍ਰਾਸ ਕਰਨਗੇ ਨਾ, ਫਿਰ ਉਹਨਾਂ ਨੂੰ ਅੰਦਾਜ਼ਾ ਹੋਏਗਾ ਕਿ ਅਸੀਂ ਕਿੱਥੇ ਮਤਲਬ ਅਸੀਂ ਕਿੰਨੀ ਵੱਡੀ ਗਲਤੀ ਕੀਤੀ ਹੈ ਸਾਥ ਨਾ ਦੇ ਕੇ। ਜੀ ਸਰ, ਬਹੁਤ ਬਹੁਤ ਸ਼ੁਕਰੀਆ ਇੰਨੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ, ਨਵੀਂ ਤੇ ਨਿਵੇਕਲੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨੂੰ ਦਿੱਤੀ, ਬਹੁਤ ਬਹੁਤ ਸ਼ੁਕਰੀਆ। ਇਸੀ ਪ੍ਰੋਗਰਾਮ ਪੰਜਾਬ ਡਿਸਕਸ਼ਨ ਜਿਹਦੇ ਵਿੱਚ ਅਸੀਂ ਖੇਤੀ ਕਾਨੂੰਨਾਂ ਦੀ ਇੱਕ ਨਵੀਂ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਾਈ ਹੈ ਕਿ ਕਿਵੇਂ ਖੇਤੀ ਕਾਨੂੰਨਾਂ ਦੇ ਕਿਹੜੇ ਮਾਪਦੰਡ ਨੇ, ਕਿਹੜੀਆਂ ਬਰੀਕੀਆਂ ਨੇ, ਬਰੀਕੀ ਦੇ ਨਾਲ ਜਾਂਚ ਕੀਤੀ ਹੈ ਖੇਤੀ ਕਾਨੂੰਨਾਂ ਦੇ ਵਿੱਚ ਆਖਿਰ ਹੈ ਕੀ ਹੈ, ਜਮਾਖੋਰੀ ਤੇ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਆਖਿਰ ਕੀ ਮਾਪਦੰਡ ਨੇ ਜਿਹੜੇ ਅਪਣਾਏ ਜਾ ਸਕਦੇ ਨੇ। ਫਿਰ ਹਾਜ਼ਰ ਹੋਵਾਂਗੀ ਪ੍ਰੋਗਰਾਮ ਪੰਜਾਬ ਡਿਸਕਸ਼ਨ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।